ਹੈਲੋ ਫਰੈਂਡਸ, ਹਾਈ-ਫਾਈ ਜੀ ਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਆਪ ਸਭ ਨੂੰ ਪਤਾ ਹੀ ਹੈ ਕਿ ਮੈਂ ਸਾਡੇ ਇਸ ਚੈਨਲ ਰਾਹੀਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਵਿੱਚੋਂ ਜਿਹੜਾ ਹਿਸਟਰੀ ਵਾਲਾ ਪਾਰਟ ਆ ਉਹ ਕਵਰ ਕਰਵਾ ਰਹੀ ਹਾਂ। ਉਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਹੈਗੇ ਆ ਜਿਹੜੇ ਥਿਊਰੀ ਟਾਈਪ ਡੀਪਲੀ ਲੈਸਨ ਵੀ ਪੜ੍ਹਾ ਰਹੀ ਹਾਂ ਅਤੇ ਨਾਲ ਹੀ ਨਾਲ ਮੈਂ ਕੁਐਸਚਨ ਸੀਰੀਜ਼ ਵੀ ਕਵਰ ਕਰਵਾ ਰਹੀ ਹਾਂ। ਅਤੇ ਇਹਨਾਂ ਦੇ ਨਾਲ ਹੀ ਰਿਲੇਟਡ ਮੈਂ ਇੱਕ ਜਿਹੜੀ ਹੈਗੀ ਆ ਨਵੀਂ ਸੀਰੀਜ਼ ਤੁਹਾਡੇ ਲਈ ਸ਼ੁਰੂ ਕੀਤੀ ਆ, ਜਿਹਦੇ ਵਿੱਚ ਕੀ ਆ ਕਿ ਆਪਾਂ ਹਿਸਟਰੀ ਨਾਲ ਰਿਲੇਟਡ ਜਿੰਨੇ ਵੀ ਹੈਗੇ ਨੇ ਫੇਮਸ ਪਰਸਨ ਨੇ ਉਹਨਾਂ ਸਾਰਿਆਂ ਦੇ ਜਿਹੜੇ ਹੈਗਾ ਵਾ ਲਾਈਫ ਦੇ ਬਾਰੇ ਡਿਟੇਲ 'ਚ ਪੜ੍ਹਾਂਗੇ। ਠੀਕ ਹੈ, ਚਾਹੇ ਉਹ ਐਂਸੀਐਂਟ ਹਿਸਟਰੀ ਨਾਲ ਰਿਲੇਟਡ ਨੇ, ਚਾਹੇ ਮੈਡੀਵਲ ਨਾਲ, ਚਾਹੇ ਮੋਡਰਨ ਨਾਲ, ਆਪਾਂ ਸਾਰਿਆਂ ਬਾਰੇ ਡਿਸਕਸ ਕਰਾਂਗੇ। ਇਹਦੇ ਨਾਲ ਰਿਲੇਟਡ ਮੈਂ ਤੁਹਾਡੇ ਲਈ 3 ਵੀਡੀਓ ਪਾ ਚੁੱਕੀ ਹਾਂ ਪਹਿਲਾਂ। ਉਹਦੇ ਵਿੱਚ ਮੈਂ ਤੁਹਾਨੂੰ ਮਹਾਤਮਾ ਬੁੱਧ ਬਾਰੇ ਪੜ੍ਹਾਇਆ, ਮੁਹੰਮਦ ਬਿਨ ਕਾਸਿਮ ਬਾਰੇ, ਮਹਿਮੂਦ ਗਜਨਵੀ ਬਾਰੇ, ਅਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਮੁਹੰਮਦ ਗੌਰੀ ਬਾਰੇ ਪੜ੍ਹਾਵਾਂਗੀ। ਦੇਖੋ, ਪਹਿਲਾਂ ਜਿਹੜੇ ਮੁਸਲਮਾਨ ਹਮਲਾਵਰ ਜਿਹੜੇ ਹੋਏ ਸੀਗੇ, 2 ਫੇਮਸ ਸੀਗੇ, ਮੁਹੰਮਦ ਬਿਨ ਕਾਸਿਮ ਅਤੇ ਮਹਿਮੂਦ ਗਜਨਵੀ। ਉਹਨਾਂ ਨੇ ਭਾਰਤ ਉੱਤੇ ਹਮਲਾ ਕੀਤਾ, ਬਟ ਉਹਨਾਂ ਦਾ ਉਦੇਸ਼ ਕੀ ਸੀਗਾ ਕਿ ਸਿਰਫ ਇੱਥੋਂ ਧਨ ਦੌਲਤ ਲੁੱਟਣਾ ਸੀਗਾ, ਧਨ ਦੌਲਤ ਪ੍ਰਾਪਤ ਕਰਨਾ ਸੀਗਾ, ਜਾਂ ਇਸਲਾਮ ਧਰਮ ਦਾ ਪ੍ਰਸਾਰ ਕਰਨਾ ਸੀਗਾ। ਬਟ ਜਿਹੜਾ ਮੁਹੰਮਦ ਗੌਰੀ ਆਇਆ ਸੀਗਾ, ਇਹਨੂੰ ਆਪਾਂ ਮੁਗਲ ਸਾਮਰਾਜ ਦਾ ਅਸਲ ਸੰਸਥਾਪਕ ਕਹਿ ਸਕਦੇ ਹਾਂ। ਕਿਵੇਂ ਕਹਿ ਸਕਦੇ ਹਾਂ? ਕਿਉਂਕਿ ਇਹਨੇ ਇੱਥੇ ਆ ਕੇ ਆਪਣੇ ਰਾਜ ਦਾ ਵਿਸਥਾਰ ਵੀ ਕੀਤਾ ਸੀ। ਤਾਂ ਆਓ ਇਸ ਬਾਰੇ ਡਿਸਕਸ ਕਰਦੇ ਹਾਂ। ਮੁਹੰਮਦ ਗੌਰੀ ਭਾਰਤ ਵਿੱਚ ਮੁਸਲਮਾਨਾਂ ਦੇ ਸਾਮਰਾਜ ਦਾ ਵਾਸਤਵਿਕ ਸੰਸਥਾਪਕ ਮੁਹੰਮਦ ਗੌਰੀ ਸੀਗਾ। ਮੁਹੰਮਦ ਗੌਰੀ ਦਾ ਅਸਲੀ ਨਾਂ ਜਿਹੜਾ ਸੀਗਾ ਉਹ ਸੀਗਾ ਮੁਈਜ਼ੁਦੀਨ ਮੁਹੰਮਦ ਬਿਨ ਸ਼ਾਮ। ਇਹ ਇੰਪੋਰਟੈਂਟ ਆ ਕਿਉਂਕਿ ਕਈ ਵਾਰ ਕਿਸੇ ਸ਼ਾਸਕ ਦਾ ਨਾਮ ਪੁੱਛ ਲਿਆ ਜਾਂਦਾ ਕਿ ਪੂਰਾ ਨਾਮ ਕੀ ਸੀਗਾ। ਤਾਂ ਮੁਹੰਮਦ ਗੌਰੀ ਦਾ ਜਿਹੜਾ ਅਸਲ ਨਾਮ ਸੀਗਾ ਉਹ ਕੀ ਸੀਗਾ? ਮੁਈਜ਼ੁਦੀਨ ਮੁਹੰਮਦ ਬਿਨ ਸ਼ਾਮ। ਅੱਗੇ ਹੈ ਮੁਹੰਮਦ ਗੌਰੀ ਦੇ ਹੋਰ ਵੀ ਨਾਂ ਸੀਗੇ। ਹੋਰ ਉਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਉਹਨੂੰ ਦੇਖੋ। ਸਹਾਬੂਦੀਨ ਮੁਹੰਮਦ ਗੌਰੀ, ਜਾਂ ਉਸ ਨੂੰ ਗੌਰ ਵੰਸ਼ ਦਾ ਮੁਹੰਮਦ ਵੀ ਕਿਹਾ ਜਾਂਦਾ ਹੈ। ਇਹ ਨਾਮਾਂ ਨਾਲ ਉਹਨੂੰ ਜਾਣਿਆ ਜਾਂਦਾ। ਸ਼ੁਰੂ ਵਿੱਚ 12ਵੀਂ ਸਦੀ ਦੇ ਮੱਧ ਵਿੱਚ ਗੌਰੀ ਵੰਸ਼ ਹੋਂਦ ਵਿੱਚ ਆਇਆ। ਦੇਖੋ, ਗੌਰੀ ਵੰਸ਼ ਆ ਜਿਹੜਾ ਕਦੋਂ ਹੋਂਦ ਵਿੱਚ ਆਇਆ? 12ਵੀਂ ਸਦੀ ਦੇ ਮੱਧ ਵਿੱਚ। ਗੌਰ ਮਹਿਮੂਦ ਗਜਨਵੀ ਦੇ ਅਧੀਨ ਇੱਕ ਛੋਟਾ ਜਿਹਾ ਕੀ ਸੀਗਾ? ਪਹਾੜੀ ਰਾਜ ਸੀਗਾ। ਅਤੇ ਸ਼ਾਸਕ ਗਿਆਸੁਦੀਨ ਨੇ 1173 ਈਸਵੀ ਵਿੱਚ ਗਜਨਵੀ ਵੰਸ਼ ਨੂੰ ਖਤਮ ਕਰਕੇ ਗਜਨੀ ਵਿੱਚ ਗੌਰ ਵੰਸ਼ ਦੀ ਸਥਾਪਨਾ ਕੀਤੀ ਸੀ। ਦੇਖੋ, ਜਿਹੜਾ ਹੈਗਾ ਗੌਰ ਵੰਸ਼ ਦੀ ਸਥਾਪਨਾ ਕਿਹਨੇ ਕੀਤੀ ਸੀ? ਗਿਆਸੁਦੀਨ ਨੇ ਕੀਤੀ ਸੀ। ਕਦੋਂ? 1173 ਵਿੱਚ। ਅਤੇ ਉਹਨੇ ਗਜਨਵੀ ਵੰਸ਼ ਦਾ ਅੰਤ ਕਰਤਾ ਅਤੇ ਗੌਰ ਵੰਸ਼ ਦੀ ਸਥਾਪਨਾ ਕੀਤੀ ਸੀਗੀ। ਠੀਕ ਹੈ, ਗਿਆਸੁਦੀਨ ਅਸਲ ਵਿੱਚ ਕੌਣ ਸੀ? ਇਹ ਜਿਹੜਾ ਮੁਹੰਮਦ ਬਿਨ ਤੁਗਲਕ ਮੁਹੰਮਦ ਗੌਰੀ ਜਿਹਦੇ ਬਾਰੇ ਆਪਾਂ ਪੜ੍ਹ ਰਹੇ ਹਾਂ, ਉਹਦਾ ਜਿਹੜਾ ਸੀ ਭਰਾ ਸੀਗਾ ਵੱਡਾ। ਹੁਣ ਜਦੋਂ ਉਹਨੇ ਗਜਨੀ ਨੂੰ ਜਿੱਤ ਲਿਆ, ਗੌਰ ਵੰਸ਼ ਦੀ ਸਥਾਪਨਾ ਕਰ ਲਈ, ਤਾਂ ਉਸਨੇ ਆਪਣੇ ਛੋਟੇ ਭਰਾ ਮੁਹੰਮਦ ਗੌਰੀ ਨੂੰ ਗਜਨੀ ਪ੍ਰਾਂਤ ਦਾ ਸ਼ਾਸਕ ਬਣਾਤਾ। ਹੁਣ ਜਦੋਂ ਮੁਹੰਮਦ ਗੌਰੀ ਜਿਹੜਾ ਗਜਨਵੀ ਦਾ ਸ਼ਾਸਕ ਬਣ ਗਿਆ, ਠੀਕ ਆ, ਗਜਨੀ ਪ੍ਰਾਂਤ ਦਾ ਸ਼ਾਸਕ ਬਣ ਗਿਆ, ਤਾਂ ਉਹ ਕੀ ਸਮਝਦਾ ਸੀ ਕਿ ਜਿਹੜਾ ਪੰਜਾਬ ਆ ਉਸ ਟਾਈਮ ਉਹ ਗਜਨੀ ਦੇ ਅੰਡਰ ਸੀਗਾ ਨਾ, ਤਾਂ ਉਹ ਸੋਚਦਾ ਸੀ ਕਿ ਪੰਜਾਬ ਨੂੰ ਵੀ ਆਪਣੇ ਰਾਜ ਦਾ ਹਿੱਸਾ ਮੰਨਦਾ ਸੀ। ਇਸ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀਗਾ? ਗਜਨੀ ਵੰਸ਼ ਦਾ ਸ਼ਾਸਕ ਜਿਹੜਾ ਖੁਸਰੋ ਮਲਿਕ ਸੀ, ਪੰਜਾਬ ਉਹਦੇ ਅਧੀਨ ਸੀਗਾ। ਅਤੇ ਪੰਜਾਬ ਨੂੰ ਜਿਹੜਾ ਸੀਗਾ ਭਾਰਤ ਦਾ ਸਿੰਘ ਦੁਆਰ ਕਿਹਾ ਜਾਂਦਾ ਸੀ, ਯਾਨੀ ਕਿ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਕਿਉਂਕਿ ਹੁਣ ਤੱਕ ਜਿੰਨੇ ਵੀ ਜ਼ਿਆਦਾਤਰ ਹਮਲਾਵਰਾਂ ਨੇ ਪੰਜਾਬ ਉੱਤੇ ਹਮਲਾ ਕੀਤਾ, ਭਾਰਤ ਉੱਤੇ ਹਮਲਾ ਕੀਤਾ, ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਉੱਤੇ ਹਮਲਾ ਕੀਤਾ ਵਾ। ਤਾਂ ਕਰਕੇ ਜਿਹੜਾ ਪੰਜਾਬ ਆ ਉਹਨੂੰ ਭਾਰਤ ਦਾ ਆਪਾਂ ਪ੍ਰਵੇਸ਼ ਦੁਆਰ ਵੀ ਕਹਿ ਸਕਦੇ ਹਾਂ ਅਤੇ ਸਿੰਘ ਦੁਆਰ ਵੀ ਕਿਹਾ ਜਾਂਦਾ। ਇਸ ਲਈ ਪੰਜਾਬ 'ਤੇ ਹਮਲਾ ਕਰਨਾ ਉਸ ਲਈ ਜਿਹੜਾ ਸੀ ਜ਼ਰੂਰੀ ਹੋ ਗਿਆ ਸੀਗਾ, ਕਿਉਂਕਿ ਸਮਝਦਾ ਸੀ ਕਿ ਗਜਨੀ ਦੇ ਅੰਡਰ ਆ ਤਾਂ ਪੰਜਾਬ 'ਤੇ ਵੀ ਮੇਰਾ ਅਧਿਕਾਰ ਆ। ਅੱਗੇ ਹੈ ਕਿ ਹੁਣ ਉਹਨੇ ਜਿਹੜੇ ਹਮਲੇ ਕੀਤੇ ਆ ਉਹਦਾ ਉਦੇਸ਼ ਕੀ ਸੀਗਾ? ਸਾਮਰਾਜ ਸਥਾਪਨਾ ਦੇ ਉਦੇਸ਼ ਨਾਲ 1175 ਤੋਂ 1205 ਈਸਵੀ ਤੱਕ ਜਿਹੜਾ ਸੀ ਮੁਹੰਮਦ ਗੌਰੀ ਨੇ ਕਈ ਵਾਰ ਭਾਰਤ 'ਤੇ ਹਮਲੇ ਕੀਤੇ। ਮੁਹੰਮਦ ਗੌਰੀ ਦੇ ਹਮਲਿਆਂ ਦਾ ਉਦੇਸ਼ ਇੱਥੇ ਕੀ ਸੀਗਾ ਕਿ ਉਹ ਆਪਣੇ ਸਾਮਰਾਜ ਦੀ ਜਿਹੜੀ ਸੀ ਸਥਾਪਨਾ ਕਰਨਾ ਚਾਹੁੰਦਾ ਸੀ, ਉਹਦਾ ਵਿਸਥਾਰ ਕਰਨਾ ਚਾਹੁੰਦਾ ਸੀ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਉਹਨੇ 1175 ਤੋਂ ਲੈ ਕੇ 1205 ਈਸਵੀ ਤੱਕ ਜਿਹੜੇ ਸੀ ਭਾਰਤ ਉੱਤੇ ਬਹੁਤ ਸਾਰੇ ਹਮਲੇ ਕੀਤੇ ਸੀ, ਜਿਨ੍ਹਾਂ ਬਾਰੇ ਹੁਣ ਆਪਾਂ ਅੱਗੇ ਪੜ੍ਹ ਰਹੇ ਹਾਂ। ਮੁਹੰਮਦ ਗੌਰੀ ਦੇ ਹਮਲੇ। ਸਭ ਤੋਂ ਪਹਿਲਾਂ ਹੈ ਕਿ ਮੁਲਤਾਨ ਦੀ ਜਿੱਤ। ਮੁਹੰਮਦ ਗੌਰੀ ਨੇ ਭਾਰਤ 'ਤੇ ਆਪਣਾ ਪਹਿਲਾ ਹਮਲਾ ਮੁਲਤਾਨ ਦੇ ਵਿਰੁੱਧ 1175 ਈਸਵੀ ਵਿੱਚ ਕੀਤਾ ਸੀਗਾ। ਮੁਹੰਮਦ ਗੌਰੀ ਦੇ ਭਾਰਤ ਉੱਤੇ ਹਮਲੇ ਅਤੇ ਨਵੀਂ ਸਥਾਪਿਤ ਤੁਰਕੀ ਸਲਤਨਤ ਦੇ ਇਤਿਹਾਸ ਦੀ ਜਿਹੜੀ ਪ੍ਰਤੱਖ ਜਾਣਕਾਰੀ ਵੀ ਸਾਨੂੰ ਕਿਹਦੇ ਤੋਂ ਮਿਲਦੀ ਆ? ਮਿਨਹਾਜ ਉਸ ਸਿਰਾਜ ਦੇ ਤਬਕਾਤ ਏ ਨਾਸਰੀ ਨਾਮਕ ਗ੍ਰੰਥ ਤੋਂ ਮਿਲਦੀ ਆ। ਦੇਖੋ, ਮੁਹੰਮਦ ਗੌਰੀ ਆ ਜਿਹੜਾ, ਐਂਡ ਜਿਹੜਾ ਹੈਗੇ ਆ ਤੁਰਕੀ ਸਲਤਨਤ ਦਾ ਨਵੀਂ ਜਿਹੜੀ ਉੱਥੇ ਸ਼ਾਸਨ ਸਥਾਪਿਤ ਹੋਇਆ ਸੀ, ਇਹਨਾਂ ਦੋ ਦੀ ਬਾਰੇ ਜਾਣਕਾਰੀ ਆਪਾਂ ਨੂੰ ਕਾਹਦੇ ਤੋਂ ਮਿਲਦੀ ਆ? ਤਬਕਾਤ ਏ ਨਾਸਰੀ ਨਾਮ ਦਾ ਜਿਹੜਾ ਗ੍ਰੰਥ ਆ,
ਮਿਨਹਾਜ ਉਸ ਸਿਰਾਜ ਨੇ ਜਿਹੜਾ ਹੈਗਾ ਲਿਖਿਆ, ਉਹਦੇ ਤੋਂ ਮਿਲਦੀ ਹੈ ਇਹਦੀ ਜਾਣਕਾਰੀ। ਅੱਗੇ ਹੈ ਉੱਚ ਦੇ ਉੱਤੇ ਅਧਿਕਾਰ। ਹੁਣ ਮੁਲਤਾਨ ਨੂੰ ਜਿੱਤਣ ਤੋਂ ਬਾਅਦ ਜਿਹੜਾ ਸੀ ਮੁਹੰਮਦ ਗੌਰੀ ਅੱਗੇ ਉੱਚ ਵੱਲ ਵਧਿਆ। ਮੁਹੰਮਦ ਗੌਰੀ ਨੇ 1175 ਈਸਵੀ ਵਿੱਚ ਉੱਚ ਦੇ ਰਾਜਾ ਭੱਟੀ ਉੱਪਰ ਜਿੱਤ ਪ੍ਰਾਪਤ ਕੀਤੀ। ਅੱਗੇ ਹੈ ਅਨਹਿਲਵਾੜਾ ਉੱਤੇ ਹਮਲਾ। ਮੁਹੰਮਦ ਗੌਰੀ ਨੂੰ 1178 ਈਸਵੀ ਵਿੱਚ ਉੱਥੋਂ ਦੇ ਸ਼ਾਸਕ ਭੀਮਦੇਵ ਦੂਜਾ ਨੇ ਹਰਾ ਦਿੱਤਾ। ਦੇਖੋ ਇਹ ਹਮਲਾ ਕਰਨ ਤੋਂ ਬਾਅਦ ਜਿਹੜਾ ਸੀ ਮੁਹੰਮਦ ਗੌਰੀ ਉਹਨੇ ਅਨਹਿਲਵਾੜਾ ਉੱਤੇ 1178 ਈਸਵੀ ਵਿੱਚ ਚੜ੍ਹਾਈ ਕੀਤੀ ਸੀਗੀ। ਪਰ ਜਦੋਂ ਉਹਨੇ ਉੱਧਰ ਚੜ੍ਹਾਈ ਕੀਤੀ ਤਾਂ ਉੱਥੇ ਵੀ ਸਾਹਮਣੇ ਜਿਹੜਾ ਉਹਨਾਂ ਦਾ ਸ਼ਾਸਕ ਸੀਗਾ ਉਸ ਸਮੇਂ ਅਨਹਿਲਵਾੜਾ ਦਾ ਜਿਹੜਾ ਸ਼ਾਸਕ ਸੀਗਾ, ਠੀਕ ਹੈ, ਉਹ ਸੀਗਾ ਭੀਮਦੇਵ ਦੂਜਾ। ਅਤੇ ਉਹਨੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਜਿਹੜਾ ਸੀ ਆਬੂ ਪਰਬਤ ਦੇ ਨੇੜੇ ਮੁਕਾਬਲਾ ਕੀਤਾ ਸੀ ਅਤੇ ਮੁਹੰਮਦ ਗੌਰੀ ਜਿਹੜਾ ਸੀਗਾ ਉਹਨੂੰ ਹਰਾਤਾ ਸੀ। ਉਹਦੇ ਬਹੁਤ ਵੱਡੀ ਗਿਣਤੀ ਵਿੱਚ ਸੈਨਿਕ ਉਦੋਂ ਮਾਰੇ ਗਏ ਸੀ ਅਤੇ ਨਾਲ ਹੀ ਨਾਲ ਜਿਹੜੇ ਥੋੜ੍ਹੇ ਬਹੁਤ ਸੈਨਿਕ ਉਹ ਵਾਪਸ ਬਚੇ ਸੀਗੇ, ਉੱਥੋਂ ਉਹ ਉਹਨਾਂ ਦੇ ਨਾਲ ਗਜਨੀ ਚਲਿਆ ਗਿਆ ਸੀ, ਵਾਪਸ ਚਲਿਆ ਗਿਆ ਸੀ। ਅਤੇ ਇਸ ਹਾਰ ਤੋਂ ਵੀ ਕਹਿੰਦੇ ਉਹ ਬਹੁਤ ਜ਼ਿਆਦਾ ਭੈਭੀਤ ਹੋਇਆ ਸੀ ਅਤੇ ਕਈ ਸਾਲਾਂ ਵਿੱਚ ਤੱਕ ਉਹਨੇ ਮੁੜ ਕੇ ਗੁਜਰਾਤ ਉੱਤੇ ਹਮਲਾ ਕਰਨ ਦਾ ਹੌਸਲਾ ਨਹੀਂ ਕੀਤਾ ਸੀਗਾ, ਕਿਉਂਕਿ ਹੁਣ ਗੁਜਰਾਤ ਉੱਤੇ ਹਮਲਾ ਕਰਨ ਦੀ ਤਾਂ ਉਹਦੀ ਹਿੰਮਤ ਨਹੀਂ ਰਹੀ ਸੀ। ਤਾਂ ਉਹਨੇ ਖੈਬਰ ਦਰੇ ਰਾਹੀਂ ਪੰਜਾਬ ਉੱਤੇ ਹਮਲਾ ਕਰਨਾ ਜਿਹੜਾ ਸੀ ਪਲਾਨ ਬਣਾ ਲਿਆ ਹਮਲਾ ਕਰਨ ਦਾ। ਫਿਰ ਹੈਗਾ ਪੰਜਾਬ ਦੀ ਜਿੱਤ 1181 ਅਤੇ 1185 ਈਸਵੀ ਵਿੱਚ ਮੁਹੰਮਦ ਗੌਰੀ ਨੇ 2 ਵਾਰ ਇੱਥੇ ਦੇ ਸ਼ਾਸਕ ਖੁਸਰੋ ਮਲਿਕ ਵਿਰੁੱਧ ਕਾਰਵਾਈ ਕੀਤੀ ਅਤੇ ਛਲ ਕਪਟ ਨਾਲ ਜਿਹੜੀ ਸੀ ਜਿੱਤ ਪ੍ਰਾਪਤ ਕੀਤੀ। ਦੇਖੋ ਇਹਦੇ ਵਿੱਚ ਹੁਣ ਕੀ ਹੋਇਆ ਸੀ ਕਿ ਉਸ ਸਮੇਂ ਜਿਹੜਾ ਸੀਗਾ 1181 ਈਸਵੀ ਦੀ ਗੱਲ ਕਰੀਏ ਆਪਾਂ ਤਾਂ ਸ਼ਾਸਕ ਕੌਣ ਸੀਗਾ? ਖੁਸਰੋ ਮਲਿਕ ਸੀਗਾ, ਜਿਹੜਾ ਕਿ ਗਜਨੀ ਵੰਸ਼ ਦੇ ਨਾਲ ਸੰਬੰਧ ਰੱਖਦਾ ਸੀਗਾ। ਮੁਹੰਮਦ ਗੌਰੀ ਜਿਹੜਾ ਸੀ ਉਹਨੇ ਖੈਬਰ ਦਰੇ ਨੂੰ ਪਾਰ ਕੀਤਾ ਅਤੇ ਪੇਸ਼ਾਵਰ ਉੱਤੇ ਹਮਲਾ ਕੀਤਾ ਅਤੇ ਬਿਨਾਂ ਕਿਸੇ ਵਿਰੋਧ ਦੇ ਜਿਹੜਾ ਪੇਸ਼ਾਵਰ ਸੀਗਾ ਹੈ ਨਾ, ਪੇਸ਼ਾਵਰ ਦੇ ਇਲਾਕੇ 'ਤੇ ਉਹਦਾ ਅਧਿਕਾਰ ਹੋ ਗਿਆ ਸੀਗਾ, ਕਿਉਂਕਿ ਉਦੋਂ ਭਾਰਤ ਦੀ ਵੰਡ ਨਹੀਂ ਹੋਈ ਸੀਗੀ। ਪੇਸ਼ਾਵਰ ਆ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਹੀ ਆਉਂਦਾ ਸੀਗਾ। ਅਤੇ ਉਹ ਤੋਂ ਬਾਅਦ 1181 ਈਸਵੀ ਵਿੱਚ ਜਿਹੜਾ ਮੁਹੰਮਦ ਗੌਰੀ ਸੀ ਉਹਨੇ ਖੁਸਰੋ ਜਿਹੜਾ ਸੀਗਾ, ਠੀਕ ਹੈ, 1181 ਈਸਵੀ ਵਿੱਚ ਮਲਿਕ ਖੁਸਰੋ ਦੇ ਵਿਰੁੱਧ ਦੁਬਾਰਾ ਕਾਰਵਾਈ ਕੀਤੀ। ਪਰ ਇੱਥੇ ਜਿਹੜਾ ਖੁਸਰੋ ਸੀਗਾ ਉਹਨੇ ਕੀ ਕੀਤਾ ਕਿ ਚਲਾਕੀ ਤੋਂ ਕੰਮ ਲਿਆ। ਚਲਾਕੀ ਤੋਂ ਕੰਮ ਲੈ ਕੇ ਉਹਨੇ ਕੀ ਕੀਤਾ ਕਿ ਮੁਹੰਮਦ ਗੌਰੀ ਨੂੰ ਬਹੁਮੁੱਲੇ ਤੋਹਫੇ ਭੇਜਤੇ ਅਤੇ ਉਹਦੇ ਨਾਲ ਸਮਝੌਤਾ ਕਰ ਲਿਆ ਅਤੇ ਜ਼ਮਾਨਤ ਵਜੋਂ ਆਪਣਾ ਜਿਹੜਾ ਪੁੱਤਰ ਸੀਗਾ ਉਹ ਗੌਰੀ ਹਮਲਾਵਰ ਦੇ ਜਿਹੜਾ ਸੀਗਾ ਕੋਲ ਭੇਜਤਾ ਸੀਗਾ। ਇੰਨਾ ਹੋਣ ਤੋਂ ਬਾਅਦ 1185 ਵਿੱਚ ਮੁਹੰਮਦ ਗੌਰੀ ਨੇ ਫਿਰ ਇੱਕ ਵਾਰ ਜਿਹੜਾ ਸੀ ਉਹਨੂੰ ਪੰਜਾਬ ਉੱਤੇ ਹਮਲਾ ਕੀਤਾ ਅਤੇ ਇਹਦੇ ਹਮਲਾ ਕਰਨ ਨਾਲ ਕੀ ਹੋਇਆ ਕਿ ਜਿਹੜਾ ਮਲਿਕ ਖੁਸਰੋ ਸੀਗਾ ਜੰਮੂ ਦਾ ਸ਼ਾਸਕ ਰਾਣਾ ਚੱਕਰਦੇਵ ਸੀਗਾ, ਪਹਿਲਾਂ ਤਾਂ ਉਹਨਾਂ ਦੀ ਆਪਸ ਵਿੱਚ ਬਹੁਤ ਬਣਦੀ ਸੀ, ਫਿਰ ਕਿਸੇ ਕਾਰਨ ਉਹਦਾ ਝਗੜਾ ਹੋ ਗਿਆ। ਗੌਰੀ ਨੇ ਕੀ ਕੀਤਾ ਕਿ ਚੱਕਰਦੇਵ ਨੇ ਜਿਹੜਾ ਸੀਗਾ, ਹੁਣ ਜਿਹੜਾ ਚੱਕਰਦੇਵ ਸੀਗਾ, ਠੀਕ ਹੈ, ਖੁਸਰੋ ਦਾ ਜਿਹੜਾ ਸੀਗਾ ਮੰਨ ਲਓ ਇੱਕ ਤਰ੍ਹਾਂ ਨਾਲ ਫਰੈਂਡ ਸੀਗਾ ਚੱਕਰਦੇਵ, ਠੀਕ ਹੈ, ਜਿਹੜਾ ਜੰਮੂ ਕਸ਼ਮੀਰ ਦਾ ਰਾਜਾ ਸੀਗਾ। ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਜਿਹੜਾ ਚੱਕਰਦੇਵ ਸੀਗਾ ਉਹਨੇ ਮੁਹੰਮਦ ਗੌਰੀ ਨੂੰ ਪੰਜਾਬ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ। ਮੁਹੰਮਦ ਗੌਰੀ ਸੀਗਾ ਜਿਹੜਾ ਸੀਗਾ ਉਹਨੇ ਆ ਕੇ ਪੰਜਾਬ 'ਤੇ ਹਮਲਾ ਕੀਤਾ ਅਤੇ ਮਿੱਤਰਤਾ ਦੇ ਬਹਾਨੇ ਉਹਨਾਂ ਨੇ ਕੀ ਸੀ ਕਿ ਧੋਖੇ ਨਾਲ ਉਹਨੂੰ ਆਪਣੇ ਕੈਂਪ 'ਚ ਬੁਲਾ ਲਿਆ ਸੀਗਾ ਖੁਸਰੋ ਮਲਿਕ ਨੂੰ, ਅਤੇ ਉਹਨੂੰ ਬੰਦੀ ਬਣਾ ਲਿਆ ਸੀਗਾ। ਅਤੇ ਇਸੇ ਤਰ੍ਹਾਂ ਛਲ ਕਪਟ ਨਾਲ ਕਹਿੰਦੇ ਸੀ ਉਹਨਾਂ ਨੇ ਧੋਖੇ ਨਾਲ ਜਿਹੜਾ ਸੀ ਉਹਨੂੰ ਬੰਦੀ ਬਣਾ ਕੇ ਪੰਜਾਬ 'ਤੇ ਜਿੱਤ ਪ੍ਰਾਪਤ ਕਰ ਲਈ ਸੀ। ਅਤੇ ਬਾਅਦ ਵਿੱਚ ਮੁਹੰਮਦ ਗੌਰੀ ਜਿਹੜਾ ਸੀਗਾ ਉਹਨੂੰ ਸਿਰਫ ਬੰਦੀ ਬਣਾ ਕੇ ਨਹੀਂ ਹਟਿਆ ਸੀ, 1192 ਈਸਵੀ ਵਿੱਚ ਉਹਨੇ ਜਿਹੜਾ ਸੀ ਉਹਨੂੰ ਮਰਵਾਤਾ ਸੀਗਾ, ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਮੁਹੰਮਦ ਗੌਰੀ ਨੇ ਖੁਸਰੋ ਮਲਿਕ ਨੂੰ। ਅੱਗੇ ਹੈ ਤਰਾਇਨ ਦੀ ਪਹਿਲੀ ਲੜਾਈ, ਜਿਹੜੀ ਹੈਗੀ ਆ ਇਤਿਹਾਸ ਦੀ ਇੱਕ ਨਿਰਣਾਇਕ ਲੜਾਈ ਮੰਨੀ ਗਈ ਹੈ, ਠੀਕ ਹੈ। ਤਰਾਇਨ ਦੀਆਂ 2 ਲੜਾਈਆਂ ਹੋਈਆਂ। ਪਹਿਲੀ ਲੜਾਈ ਹੋਈ ਹੈ 1191 ਈਸਵੀ ਵਿੱਚ ਹੋਈ, ਜਿਸ ਵਿੱਚ ਮੁਹੰਮਦ ਗੌਰੀ ਹਾਰਿਆ ਅਤੇ ਪ੍ਰਿਥਵੀ ਰਾਜ ਚੌਹਾਨ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਪ੍ਰਿਥਵੀ ਰਾਜ ਤੀਜਾ ਜਿਹਨੂੰ ਕਹਿੰਦੇ ਹਾਂ ਉਹਦੀ ਜਿੱਤ ਹੋਈ ਸੀਗੀ। ਅੱਗੇ ਹੈ ਤਰਾਇਨ ਦੀ ਦੂਜੀ ਲੜਾਈ 1192 ਈਸਵੀ ਵਿੱਚ ਹੋਈ। ਇਸ ਵਿੱਚ ਮੁਹੰਮਦ ਗੌਰੀ ਦੀ ਜਿੱਤ ਹੋਈ ਅਤੇ ਪ੍ਰਿਥਵੀ ਰਾਜ ਤੀਜੇ ਦੀ ਹਾਰ ਹੋਈ। ਦੇਖੋ ਪਹਿਲਾਂ ਹੀ ਜਿਹੜੀ ਤਰਾਇਨ ਦੀ ਪਹਿਲੀ ਲੜਾਈ ਸੀ ਉਹਦੇ ਵਿੱਚ ਹਾਰਨ ਤੋਂ ਬਾਅਦ ਜਿਹੜਾ ਸੀ ਮੁਹੰਮਦ ਗੌਰੀ ਨੇ ਆਪਦੀ ਹਾਰ ਦਾ ਦੁਬਾਰਾ ਬਦਲਾ ਲੈਣ ਦੇ ਲਈ ਤਰਾਇਨ 'ਤੇ ਦੂਜੀ ਵਾਰ ਹਮਲਾ ਕੀਤਾ ਅਤੇ 1191 ਈਸਵੀ ਵਿੱਚ ਜਿਹੜਾ ਸੀ ਬਹੁਤ ਭਿਆਨਕ ਯੁੱਧ ਹੋਇਆ ਸੀ, ਜਿਹਦੇ ਵਿੱਚ ਮੁਹੰਮਦ ਗੌਰੀ ਜਿਹੜਾ ਸੀ ਜਿੱਤ ਗਿਆ ਸੀ ਅਤੇ ਪ੍ਰਿਥਵੀ ਰਾਜ ਜਿਹੜਾ ਸੀਗਾ ਉਹ ਮਾਰਿਆ ਗਿਆ ਸੀਗਾ ਯੁੱਧ ਵਿੱਚ। ਅੱਗੇ ਹੈ ਬੁਲੰਦ ਸ਼ਹਿਰ, ਮੇਰਠ, ਦਿੱਲੀ ਅਤੇ ਕੋਇਲ ਉੱਤੇ ਅਧਿਕਾਰ। 1193 ਈਸਵੀ ਵਿੱਚ ਹੋਇਆ ਇਹਨਾਂ ਸਾਰੇ ਸ਼ਹਿਰਾਂ ਉੱਤੇ ਅਧਿਕਾਰ। ਹੁਣ ਦੇਖੋ ਮੁਹੰਮਦ ਗੌਰੀ ਜਿਹੜੇ ਸੀ ਆਪਣੇ ਜਿੱਤੇ ਹੋਏ ਇਲਾਕੇ ਜਿਹੜੇ ਸੀ ਆਪਣੇ ਇੱਕ ਦਾਸ ਨੂੰ ਸੌਂਪ ਕੇ ਆਪ ਗਜਨੀ ਵਾਪਸ ਚਲਿਆ ਗਿਆ ਸੀ। ਦੇਖਦੇ ਆ ਕਿਹੜੇ ਦਾਸ ਨੂੰ ਸੌਂਪ ਕੇ ਗਿਆ ਸੀ।
ਮੁਹੰਮਦ ਗੌਰੀ ਨੇ ਆਪਣੇ ਜੋਗਦਾਸ ਕੁਤਬਦੀਨ ਐਬਕ ਨੂੰ ਜਿੱਤੇ ਹੋਏ ਪ੍ਰਦੇਸ਼ਾਂ ਦਾ ਹਾਕਮ ਨਿਯੁਕਤ ਕੀਤਾ ਅਤੇ ਆਪ ਜਿਹੜਾ ਸੀਗਾ ਉਹ ਗਜ਼ਨੀ ਵਾਪਸ ਚਲਾ ਗਿਆ। ਕੁਤਬਦੀਨ ਨੇ ਇਹਨਾਂ ਸਾਰੇ ਇਲਾਕਿਆਂ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਸੀ। ਜਿਹੜੇ ਆਪਾਂ ਉੱਪਰ ਪੜ੍ਹੇ ਨਾ, ਜਿਵੇਂ ਆਹ ਸਾਰੇ ਇਲਾਕੇ ਨੇ, ਬੁਲੰਦ ਸ਼ਹਿਰ ਹੋ ਗਿਆ, ਮੇਰਠ ਹੋ ਗਿਆ, ਦਿੱਲੀ ਹੋ ਗਿਆ, ਕੋਇਲ ਹੋ ਗਿਆ, ਸਾਰੇ ਜਿਹੜੇ ਸੀਗੇ ਕੁਤਬਦੀਨ ਐਬਕ ਨੇ ਆਪਣੇ ਸਾਮਰਾਜ ਵਿੱਚ ਮਿਲਾ ਲਏ ਸੀਗੇ। ਅੱਗੇ ਹੈ ਕਨੌਜ ਦੀ ਜਿੱਤ। ਮੁਹੰਮਦ ਗੌਰੀ ਨੇ 1194 ਈਸਵੀ ਵਿੱਚ ਰਾਠੌਰ ਵੰਸ਼ ਦੇ ਰਾਜਾ ਜੈ ਚੰਦ ਨੂੰ ਹਰਾ ਕੇ ਕਨੌਜ 'ਤੇ ਜਿੱਤ ਪ੍ਰਾਪਤ ਕੀਤੀ। ਦੇਖੋ ਫਿਰ ਜਿਹੜਾ ਸੀਗਾ ਕਨੌਜ ਦਾ ਰਾਜਾ ਜੈ ਚੰਦ ਸੀਗਾ ਉਸ ਟਾਈਮ, ਉਹਨੂੰ ਵੀ ਹਰਾ ਕੇ ਜਿਹੜਾ ਸੀ ਮੁਹੰਮਦ ਗੌਰੀ ਨੇ ਕਨੌਜ 'ਤੇ ਜਿੱਤ ਪ੍ਰਾਪਤ ਕਰ ਲਈ ਸੀ। ਉਹ ਤੋਂ ਬਾਅਦ ਫਿਰ ਇਹਨੇ ਦੁਬਾਰਾ ਅਨਹਿਲਵਾੜਾ ਉੱਤੇ, ਕਲਿੰਜਰ ਦੇ ਉੱਤੇ ਅਧਿਕਾਰ ਕੀਤਾ, ਬਿਹਾਰ ਦੇ ਉੱਤੇ, ਬੰਗਾਲ ਦੇ ਉੱਤੇ, ਠੀਕ ਆ, ਖੋਖਰਾਂ ਦੇ ਵਿਰੁੱਧ ਵੀ ਜਿਹੜਾ ਸੀ ਇਹਨੇ। ਅੱਗੇ ਦੇਖੋ ਲਿਖਿਆ ਹੋਇਆ, ਮੁਹੰਮਦ ਗੌਰੀ ਦਾ ਭਾਰਤ 'ਤੇ ਆਖਰੀ ਹਮਲਾ 1205 ਈਸਵੀ ਵਿੱਚ ਖੋਖਰ ਜਾਤੀ ਦੇ ਵਿਰੁੱਧ ਸੀਗਾ। ਅੱਗੇ ਹੈ ਹੋਰ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਮੁਹੰਮਦ ਗੌਰੀ ਨਾਲ ਰਿਲੇਟਡ। ਮੁਹੰਮਦ ਗੌਰੀ ਦੇ ਸਮੇਂ ਉੱਤਰ ਭਾਰਤ ਵਿੱਚ, ਬਿਹਾਰ ਵਿੱਚ ਪਾਲ ਵੰਸ਼ ਦੇ ਰਾਜੇ ਸੀਗੇ, ਬੰਗਾਲ ਵਿੱਚ ਸੈਨ ਵੰਸ਼, ਕਨੌਜ ਵਿੱਚ ਗਹੜਵਾਲ ਵੰਸ਼, ਬੁੰਦੇਲਖੰਡ ਵਿੱਚ ਚੰਦੇਲ ਵੰਸ਼ ਅਤੇ ਦਿੱਲੀ ਅਤੇ ਅਜਮੇਰ ਵਿੱਚ ਚੌਹਾਨ ਵੰਸ਼ ਦਾ ਰਾਜ ਸੀਗਾ। ਆਹ ਬੜਾ ਫੈਕਟ ਜਿਹੜਾ ਮੋਸਟ ਇੰਪੋਰਟੈਂਟ ਆ। ਮੁਹੰਮਦ ਗੌਰੀ ਨੇ ਸਿੱਕਿਆਂ 'ਤੇ ਇੱਕ ਪਾਸੇ ਕਲਮਾ ਅਰਬੀ ਵਿੱਚ ਅਤੇ ਦੂਜੇ ਪਾਸੇ ਦੇਵੀ ਲਕਸ਼ਮੀ ਦੀ ਆਕ੍ਰਿਤੀ ਅੰਕਿਤ ਕਰਵਾਈ ਸੀ। ਕਈ ਵਾਰ ਐਗਜ਼ਾਮ ਵਿੱਚ ਇਹ ਕੁਐਸਚਨ ਪੁੱਛ ਲਿਆ ਜਾਂਦਾ ਕਿ ਕਿਹੜਾ ਸਮਰਾਟ ਸੀਗਾ ਜਿਹਨੇ ਆਪਣੇ ਸਿੱਕਿਆਂ ਦੇ ਇੱਕ ਪਾਸੇ ਕਲਮਾ ਖੁਦਵਾਇਆ ਸੀ ਅਤੇ ਦੂਜੇ ਪਾਸੇ ਦੇਵੀ ਲਕਸ਼ਮੀ ਦੀ ਪ੍ਰਤਿਮਾ ਜਾਂ ਆਕ੍ਰਿਤੀ ਜਿਹੜੀ ਸੀ ਅੰਕਿਤ ਕਰਵਾਈ ਸੀ। ਮੁਹੰਮਦ ਗੌਰੀ ਨੇ ਐਬਕ ਨੂੰ 1191 ਈਸਵੀ ਵਿੱਚ ਹਾਂਸੀ ਵਿੱਚ ਨਿਯੁਕਤ ਕੀਤਾ, ਕੁਤਬਦੀਨ ਐਬਕ ਨੂੰ। 1192 ਈਸਵੀ ਵਿੱਚ ਤਰਾਇਨ ਦੇ ਯੁੱਧ ਵਿੱਚ ਐਬਕ ਦੇ ਯੋਗਦਾਨ ਤੋਂ ਖੁਸ਼ ਹੋ ਕੇ ਮੁਹੰਮਦ ਗੌਰੀ ਨੇ ਐਬਕ ਨੂੰ ਕੋਰਾਮ ਅਤੇ ਸਮਾਣਾ ਦਾ ਜਿਹੜਾ ਸੀ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ। ਦੇਖੋ ਇਹ ਤੋਂ ਆਪਾਂ ਨੂੰ ਇੱਕ ਨਵੀਂ ਇਨਫੋਰਮੇਸ਼ਨ ਇਹ ਮਿਲਦੀ ਆ ਕਿ ਜਿਹੜਾ ਕੁਤਬਦੀਨ ਐਬਕ ਸੀਗਾ ਉਹਨੇ ਮੁਹੰਮਦ ਗੌਰੀ ਦੇ ਨਾਲ ਜਿਹੜਾ ਸੀ ਤਰਾਇਨ ਦੇ ਸੈਕਿੰਡ ਯੁੱਧ ਵਿੱਚ ਵੀ ਹਿੱਸਾ ਲਿਆ ਸੀਗਾ। 1192 ਤੋਂ 1206 ਈਸਵੀ ਤੱਕ ਐਬਕ ਨੇ ਮੁਹੰਮਦ ਗੌਰੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਉੱਤਰੀ ਭਾਰਤ ਦੇ ਜਿੱਤੇ ਹੋਏ ਭਾਗਾਂ ਉੱਤੇ ਪ੍ਰਸ਼ਾਸਨ ਸੰਭਾਲਿਆ ਅਤੇ ਉੱਤਰੀ ਭਾਰਤ ਵਿੱਚ ਤੁਰਕੀ ਸ਼ਕਤੀ ਦਾ ਜਿਹੜਾ ਸੀ ਵਿਸਥਾਰ ਕੀਤਾ। ਮੁਹੰਮਦ ਗੌਰੀ ਆਪਣੇ ਜਿੱਤੇ ਹੋਏ ਇਲਾਕੇ ਜਿਹੜਾ ਸੀ ਐਬਕ ਨੂੰ ਦੇ ਕੇ ਵਾਪਸ ਚਲਾ ਗਿਆ ਸੀ, ਗਜ਼ਨੀ ਵਾਪਸ ਚਲਾ ਗਿਆ ਸੀ ਉਹ। ਹੁਣ ਲਾਸਟ ਹੈ ਮੁਹੰਮਦ ਗੌਰੀ ਦੀ ਜਿਹੜੀ ਮੌਤ ਕਿਵੇਂ ਹੋਈ। ਉਹਦੀ ਮੌਤ ਨਹੀਂ ਹੋਈ, ਅਸਲ ਵਿੱਚ ਉਹਦਾ ਕਤਲ ਕੀਤਾ ਗਿਆ ਸੀ ਦੁਸ਼ਮਣਾਂ ਦੁਆਰਾ। ਮੁਹੰਮਦ ਗੌਰੀ ਦਾ ਕਤਲ 15 ਮਾਰਚ 1206 ਈਸਵੀ ਵਿੱਚ ਦਾਮਿਕ, ਪਾਕਿਸਤਾਨ ਵਿੱਚ ਨਮਾਜ਼ ਪੜ੍ਹਦੇ ਹੋਏ ਕੀਤਾ ਗਿਆ ਅਤੇ ਗਜ਼ਨੀ ਵਿੱਚ ਜਿਹੜਾ ਸੀ ਉਹਨੂੰ ਦਫਨਾਇਆ ਗਿਆ। ਅੱਗੇ ਹੈ ਬਖਤਿਆਰ ਖਿਲਜੀ। ਇਹ ਮੁਹੰਮਦ ਗੌਰੀ ਦਾ ਇੱਕ ਦਾਸ ਸੀਗਾ। ਉਹਨੇ 1202 ਈਸਵੀ ਵਿੱਚ ਬਿਹਾਰ ਉੱਤੇ ਜਿੱਤ ਪ੍ਰਾਪਤ ਕੀਤੀ। ਜਿੱਤ ਪ੍ਰਾਪਤ ਤੋਂ ਬਾਅਦ ਉਹਨੇ ਕੀ ਕੀਤਾ ਕਿ ਨਲੰਦਾ ਅਤੇ ਬਿਕਰਮਸ਼ਿਲਾ ਜਿਹੜਾ ਸੀਗਾ ਉਹਨਾਂ ਦੋਨਾਂ ਨੂੰ ਜਮਾਂ ਨਸ਼ਟ ਕਰਕੇ ਉਦੰਤਪੁਰ ਉੱਤੇ ਵੀ ਜਿਹੜਾ ਸੀ ਕਬਜ਼ਾ ਕਰ ਲਿਆ ਸੀ। 1205-6 ਈਸਵੀ ਵਿੱਚ ਬੰਗਾਲ ਉੱਤੇ ਹਮਲਾ ਕੀਤਾ। ਬਖਤਿਆਰ ਜਿਹੜਾ ਸੀਗਾ ਖਿਲਜੀ ਸੀ, ਉਸ ਸਮੇਂ ਬੰਗਾਲ ਦਾ ਸ਼ਾਸਕ ਜਿਹੜਾ ਸੀ ਲਛਮਣ ਸੈਨ ਸੀ। ਬਖਤਿਆਰ ਖਿਲਜੀ ਨੇ ਲਖਨੌਤੀ ਨੂੰ ਆਪਣੀ ਜਿਹੜੀ ਸੀ ਰਾਜਧਾਨੀ ਬਣਾਇਆ ਸੀ। ਇਹ ਜਿਹੜੇ ਦੇਖੋ ਬਖਤਿਆਰ ਖਿਲਜੀ ਅਤੇ ਕੁਤਬਦੀਨ ਐਬਕ ਦੋਨੇ ਜਿਹੜੇ ਸੀਗੇ ਮੁਹੰਮਦ ਗੌਰੀ ਦੇ ਦਾਸ ਸੀਗੇ, ਠੀਕ ਆ। ਜਿਹੜਾ ਕੁਤਬਦੀਨ ਐਬਕ ਸੀ ਉਹਨੂੰ ਤਾਂ ਉਹ ਆਪਣੇ ਆਪ ਨਿਯੁਕਤ ਕਰਕੇ ਗਿਆ ਸੀ ਅਤੇ ਜਿਹੜਾ ਬਖਤਿਆਰ ਖਿਲਜੀ ਸੀ ਉਹਨੇ ਜਿਹੜਾ ਸੀ ਹੌਲੀ ਹੌਲੀ ਹੋਰ ਇਲਾਕਿਆਂ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਲਖਨੌਤੀ ਸੀ ਉਹਨੂੰ ਆਪਣੀ ਰਾਜਧਾਨੀ ਬਣਾ ਲਿਆ ਸੀਗਾ, ਠੀਕ ਹੈ ਜੀ। ਇਸ ਦੇ ਨਾਲ ਹੀ ਮੇਰਾ ਅੱਜ ਦਾ ਇਹ ਟੌਪਿਕ ਆ ਜਿਹੜਾ ਖ਼ਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ ਅਤੇ ਮੇਰੀ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।